ਵਾਹਿਗੁਰੂ ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ। ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਇਐ, ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਣਾ ਜੀ ਸਹਾਏ। ਜਾਗਤੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਜੀ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ। ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤਿਆਂ ਹਟੀਆਂ, ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ। ਵੰਡ ਛਕਿਆ ਦੇਖ ਚਲਾਈ ਤੇਗ ਵਾਹੀ, ਦੇਖ ਸੁਣ ਕੇ ਅੰਡਟ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ। ਤਿੰਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ। ਪ੍ਰਥਮੇ ਸਮੂਹ ਖਾਲਸੇ ਜੀ ਕੀ ਅਰਦਾਸ ਹੈ ਜੀ। ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤਾਵਨ ਕਾ ਸਦਕਾ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ। ਦੇਖ ਦੇਖ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬੁੱਧ ਵਿਵੇਕ ਭਰੋਸਾ ਦਾਨ, ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਧਰਮ ਕਾ ਜੈਕਾਰ ਖਾਲਸਾ ਸਾਹਿਬ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ, ਮਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਜਿਨ੍ਹਾਂ ਧਾਮਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਹੈ, ਤਿੰਨਾਂ ਦੇ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ। ਇੱਕ ਓਮ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਵਿੱਚ ਨਿਹੇ ਨਿਮਾਣਿਆਂ ਕੇ ਮਾਨ, ਨਿਤਾਨਿਆਂ ਕੇ ਤਾਨ, ਨਿਓਟਿਆਂ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ। ਆਪ ਜੀ ਕੇ ਹਜ਼ੂਰੀ ਵਿਖੇ ਆਪ ਜੀ ਨੂੰ ਸਾਖਸ਼ਾਤ ਜਾਣਦਿਆਂ ਹੋਇਆਂ ਸੱਚੇ ਪਾਤਸ਼ਾਹ ਸਰਬਤ ਸੰਗਤਾਂ ਆਪ ਜੀ ਤੋਂ ਅੱਜ ਤੀਸਰੇ ਦਿਨ ਦੇ ਸਮਾਗਮ ਦੀ ਆਰੰਭਤਾ ਦੀ ਆਗਿਆ ਮੰਗਦੇ ਹਨ। ਮਹਾਰਾਜ ਆਪ ਪ੍ਰਵਾਨਗੀ ਬਖਸ਼ਿਸ਼ ਕਰੋ। ਸਰਬਤ ਦੇ ਸੀਸ 'ਤੇ ਮਿਹਰ ਭਰਿਆ ਹੱਥ ਰੱਖਣਾ। ਸਰਬਤ ਤੋਂ ਆਪ ਆਪਣੇ ਹਿਰਦੇ ਵਿੱਚ ਨਿਵਾਸ ਕਰਕੇ ਸੱਚੇ ਪਾਤਸ਼ਾਹ ਰਸਨਾ ਰਾਹੀਂ ਆਪਣੇ ਇਸ ਪਵਿੱਤਰ ਕਾਰਜ ਨੂੰ ਮਹਾਰਾਜ ਆਪ ਸਿਰੇ ਚੜਾਉਣਾ। ਜੋ ਆਪ ਜੀ ਦੀ ਸ਼ਰਨ ਆਵੇ ਸਦਾ ਹੀ ਰਾਜੀ ਖੁਸ਼ੀ ਜਾਵੇ। ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ। ਵਾਹਿਗੁਰੂ ਜੀ ਕਾ ਖਾਲਸਾ ਦੋਹਰਾ ਆਗਿਆ ਭਈ ਅਕਾਲ ਕੀ, ਤਬਹਿ ਚਲਾਇਓ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋ ਚਾਹੈ। ਰਾਜ ਕਰੇਗਾ ਖਾਲਸਾ, ख्वार होएं सब मिलेंगे, ख्वार होएं सब मिलेंगे। बोले सो निहाल। वाहिगुरु जी का खालसा वाहिगुरु जी की।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਐਂਡ ਗੁੱਡ ਮਾਰਨਿੰਗ। ਸ਼ੁਰੂ ਕਰਨ ਤੋਂ ਪਹਿਲਾਂ ਦਰਬਾਰ ਸਾਹਿਬ ਦਾ ਜਿਹੜਾ ਹੁਕਮ ਸੀਗਾ ਉਹਦੇ ਵਿੱਚੋਂ ਐਜ਼ ਏ ਸੁਜੈਸ਼ਨ ਐਡਵਾਈਸ ਹੁਕਮ ਆ ਵੈਸੇ ਤਾਂ, ਬਟ ਘੱਟ ਤੋਂ ਘੱਟ ਮੈਂ ਪਰਸਨਲ ਪ੍ਰੈਕਟਿਸ ਹੈ ਅਤੇ ਮੈਂ ਸੰਗਤ ਰੂਪ ਵਿੱਚ ਵੀ ਸ਼ੇਅਰ ਕਰ ਰਿਹਾ ਕਿ ਮੈਂ ਉਹਦੇ 'ਚੋਂ ਇੱਕ ਲਾਈਨ ਯੂਜਲੀ ਪਿਕ ਕਰਦਾ ਕਿ ਮੈਨੂੰ ਇਹਦੇ 'ਚੋਂ ਕੀ ਸਿੱਖਣ ਨੂੰ ਮਿਲ ਰਿਹਾ। ਅਤੇ ਅੱਜ ਮੈਂ ਪਿਕ ਕੀਤੀ ਸੀ ਕਿ ਸਰੀਰ ਜਲੋਂ ਗੁਣ ਬਾਹਰ ਆ, ਜੋ ਗੁਰ ਕਾਰ ਨਾ ਕਮਾਏ। ਦ ਪ੍ਰੋਬਲਮ ਵਿਚ ਵੀ ਆਰ ਫੇਸਿੰਗ ਸੰਗਤੀ ਲੈਵਲ 'ਤੇ, ਪੰਥਕ ਲੈਵਲ 'ਤੇ, ਕਿ ਆਪਾਂ ਮੰਨਦੇ ਤਾਂ ਹੈਗੇ ਗੁਰੂ ਸਾਡਾ ਸੇਮ ਆ, ਗੁਰੂ ਗ੍ਰੰਥ ਸਾਹਿਬ, ਅਤੇ ਜਿਹੜੇ ਆਈਡੀਆਜ਼ ਗੁਰਬਾਣੀ ਦੇ ਨੇ ਅਤੇ 10 ਗੁਰੂਆਂ ਦੇ ਜਾਮਿਆਂ 'ਚੋਂ ਸਾਨੂੰ ਜਿਹੜਾ ਉਹਨਾਂ ਨੇ ਇਤਿਹਾਸ ਦੇ ਲੈਵਲ 'ਤੇ ਦੱਸਿਆ, ਬਟ ਵਾਈ ਆਰ ਵੀ ਨਾਟ ਡੂਇੰਗ ਇਟ? ਕਰ ਨਹੀਂ ਰਹੇ ਨਾ, ਪ੍ਰੋਬਲਮ ਉੱਥੇ ਖੜੀ ਆ। ਅਤੇ ਇੱਥੇ ਦੱਸਿਆ ਜਾ ਰਿਹਾ ਕਿਉਂਕਿ ਸਾਡੀ ਜਿਹੜੀ ਬੋਡੀ ਰੈਸਟਲੈਸ ਹੋਈ ਆ, ਅਤੇ ਉਹ ਰੈਸਟਲੈਸ ਵਿੱਚ ਜਿਹੜਾ ਹੈਗਾ ਗੁਣ ਬਾਹਰ ਆ, ਬ੍ਰੈਫਟ ਆਫ ਵਰਚਿਊਜ਼, ਕਿ ਜਿਹੜਾ ਸਾਡੇ ਜਿਹੜੇ ਅਸੀਂ ਆਈਡੀਆਜ਼ ਦੀ ਗੱਲ ਕਰਦੇ ਹਾਂ ਉਹ ਸਾਡੀ ਲਾਈਫ ਦੇ ਪ੍ਰੈਕਟਿਸ ਵਿੱਚ ਨਹੀਂ ਆ ਪਾ ਰਿਹਾ। ਇਸ ਕਰਕੇ ਜਿਹੜੇ ਗੁਰੂ ਦੀ ਕਮੈਂਡ ਆ, ਗੁਰੂ ਦੇ ਪ੍ਰਿੰਸੀਪਲਸ ਨੇ, ਉਹਨਾਂ ਨੂੰ ਅਸੀਂ ਪਰਸਨਲ ਲਾਈਫ, ਪੰਥਕ ਲਾਈਫ, ਜਿਹੜੀ ਵੀ ਲਾਈਫ ਵਿੱਚ ਅਸੀਂ ਵਿਚਰ ਰਹੇ ਹਾਂ ਪੂਰੇ ਨਹੀਂ ਲਿਆ ਪਾ ਰਹੇ। ਸੋ ਵਨ ਆਈਡੀਆ ਟੂ ਕੀਪ ਇਨ ਮਾਈਂਡ ਟੂਡੇ ਇਜ਼ ਕਿ ਜੇ ਅਸੀਂ ਰੈਸਟਲੈਸ ਹੋ ਰਹੇ ਹਾਂ, ਜਲਣਾ ਰੈਸਟਲੈਸ ਹੋਣਾ ਵੀ ਹੋ ਜਾਂਦਾ ਨਾ, ਅਤੇ ਉਹਦਾ ਇੱਕ ਕਾਰਨ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਰਿਮਾਈਂਡ ਕਰਾ ਲਈਏ ਐਟਲੀਸਟ ਅੱਜ ਵਾਲੇ ਦਿਨ ਕਿ ਬੜੇ ਬੇਚੈਨ ਨਾ ਹੋਈਏ, ਕਿ ਥੋੜ੍ਹਾ ਜਿਹਾ ਗੁਣਾਂ ਵੱਲ ਇਸ਼ਾਰਾ ਲਿਜਾ ਕੇ ਆਪਣੇ ਦਿਮਾਗ ਦੇ ਵਿੱਚ ਸੁਰਤੇ ਲੈਵਲ 'ਤੇ ਅਸੀਂ ਘੱਟ ਤੋਂ ਘੱਟ ਇੱਕ ਡਿਕੋਰਮ ਮੇਨਟੇਨ ਕਰਨ ਦੀ ਕੋਸ਼ਿਸ਼ ਕਰੀਏ। ਓਕੇ, ਵਿਦ ਦੈਟ ਅੱਜ ਦਾ ਜਿਹੜਾ ਬੇਸਿਕ ਏਜੰਡਾ ਸੀਗਾ, ਜਸਟ ਟੂ ਰਿਮਾਈਂਡ, ਕਿਉਂਕਿ ਸਾਡੇ ਆਡੀਅੰਸ ਮੈਂਬਰ ਚੇਂਜ ਹੁੰਦੇ ਰਹਿੰਦੇ ਨੇ, ਬਟ ਜਿਹੜੇ ਲਗਾਤਾਰ ਇੱਥੇ ਆ ਰਹੇ ਨੇ, ਪਹਿਲੇ ਦਿਨ ਅਸੀਂ ਸ਼ੁਰੂ ਕੀਤਾ ਸੀਗਾ ਲਾਰਜਰ ਸਵਰੈਨਿਟੀ ਦੇ ਪ੍ਰਿੰਸੀਪਲਸ ਤੋਂ। ਕੱਲ੍ਹ ਉਹਦੇ ਵਿੱਚੋਂ ਫਿਰ 5 ਟੌਪਿਕਸ ਦੇ ਉੱਤੇ ਵੱਖਰੀ ਵੱਖਰੀ ਡਿਸਕਸ਼ਨ ਹੋਈ ਸੀ ਸਬ ਗਰੁੱਪਸ ਦੇ ਵਿੱਚ, ਅਤੇ ਅੱਜ ਉਹਦੇ 'ਚੋਂ ਜਿਹੜੀ ਇਮੀਡੀਏਟ ਗੱਲ ਦੇ ਉੱਤੇ ਜਿੱਥੇ ਜ਼ਿਆਦਾ ਲੋਕਾਂ ਦਾ ਫੋਕਸ ਰਹਿੰਦਾ, ਜਥੇਦਾਰਾਂ ਅਤੇ ਸਰਬੱਤ ਖਾਲਸੇ ਦਾ ਲੈਸ ਦੈਨ 1 ਈਅਰ ਦੇ ਵਿੱਚ ਕੀ ਕੀਤਾ ਜਾ ਸਕਦਾ, ਜਾਂ 1 ਮਹੀਨੇ ਵਿੱਚ ਵੀ ਸ਼ਾਇਦ ਕਰਨਾ ਪਵੇ। ਅੱਜ ਸਵੇਰੇ ਵੀ ਉਹ ਨਿਊਜ਼ ਲੱਗੀ ਸੀ ਕਿ ਕਈ ਮੀਟਿੰਗਾਂ ਬੁਲਾਈ ਜਾਂਦੀਆਂ ਨੇ। ਸੋ ਵੀ ਆਰ ਗੋਇੰ ਟੂ ਫੋਕਸ ਔਨ ਇਮੀਡੀਏਟ ਟੂਡੇ। ਸੋ ਆਪਣਾ ਲੌਂਗ ਟਰਮ ਗੱਲ ਕੀਤੀ ਸੀਗੀ, ਕੁਛ ਜਿਹੜੇ ਪ੍ਰੋਸੈਸ ਠੀਕ ਕਰਨ ਵਾਲੇ ਨੇ, ਕੱਲ੍ਹ ਉਸ 'ਤੇ ਡਿਸਕਸ਼ਨ ਹੋਈ ਸੀ, ਬਟ ਇਸ ਕੇਓਸ ਦੇ ਵਿੱਚ ਸਾਨੂੰ ਆਪਰੇਟ ਤਾਂ ਫਿਰ ਵੀ ਕਰਨਾ ਹੀ ਹੈਗਾ, ਅਤੇ ਉਹ ਕਿਵੇਂ ਆਪਰੇਟ ਕਰੀਏ ਨੋਇੰਗ ਕਿ ਸਾਡੇ ਕੋਲ ਕੋਈ ਕੰਸੈਂਸਸ ਬਿਲਡਿੰਗ ਨਹੀਂ ਹੋਈ, ਅਤੇ ਉਹਦਾ ਰਫ ਸਕੈਜੂਅਲ ਤੁਹਾਡੇ ਸਾਹਮਣੇ ਹੈਗਾ। ਬਟ ਇਹਦੇ 'ਚ ਮੈਂ 2-3 ਗੱਲਾਂ ਮੁੱਢਲੀਆਂ ਕਰਕੇ ਜਸਟ ਟੂ ਬ੍ਰਿੰਗ ਐਵਰੀਵਨ ਔਨ ਦ ਸੇਮ ਪੇਜ। ਯੂ ਗੋਇੰ ਟੂ ਗੋ ਬਾਏ ਦਿਸ ਕਲੌਕ, 9:45 ਹੋ ਗਏ ਨੇ। ਜਿਹੜਾ ਇਹ ਸੈਸ਼ਨ ਪਹਿਲੇ ਵਿੱਚੋਂ ਥੋੜ੍ਹਾ ਲੇਟ ਸ਼ੁਰੂ ਹੋ ਰਿਹਾ, ਬਟ ਵੀਲ ਐਡਜਸਟ, ਅਤੇ ਲੰਚ ਤੱਕ ਅਸੀਂ ਕੈਚ ਅਪ ਕਰ ਲਾਂਗੇ, ਉਹ ਮੈਂ ਮੋਡਰੇਟਰਸ ਨਾਲ ਗੱਲ ਕਰ ਲਾਂਗਾ। ਅਸੈਂਸ਼ਲੀ ਅੱਜ ਅਸੀਂ ਇਹ ਕਰ ਰਹੇ ਹਾਂ ਕਿ ਜਿਹੜਾ ਪ੍ਰੋਸੈਸ ਕ੍ਰਾਈਟੀਰੀਆ ਅਤੇ ਕੈਂਡੀਡੇਟਸ ਦੇ ਉੱਤੇ ਮੋਸਟਲੀ ਬਹਿਸ ਚੱਲ ਰਹੀ ਹੈ ਪੰਥ ਦੇ ਵਿੱਚ। ਜੇ ਬਹਿਸ ਨਹੀਂ ਚੱਲ ਰਹੀ, ਡਿਸਕਸ਼ਨ ਤਾਂ ਚੱਲ ਹੀ ਰਹੀ ਹੈ, ਭਾਵੇਂ ਕੋਈ ਇਨਕਲੂਡਡ ਆ, ਭਾਵੇਂ ਨਹੀਂ ਇਨਕਲੂਡਡ, ਭਾਵੇਂ ਕੋਈ ਇਨਫਲੂਐਂਸ ਕਰ ਪਾ ਰਿਹਾ, ਨਹੀਂ ਕਰ ਪਾ ਰਿਹਾ। ਐਟ ਦੀ ਐਂਡ ਆਫ ਦ ਡੇ ਦਿਸ ਸੀਮਸ ਟੂ ਬਿਕਮ ਦ ਫੋਕਸ। ਸੋ ਆਪਾਂ ਵੀ ਉਹਨੂੰ ਲਾਸਟ ਡੇ ਇਸ ਕਰਕੇ ਰੱਖਿਆ ਕਿ ਕੁਛ ਮਿਆਰਾਂ ਦੀ ਗੱਲ ਚੱਲ ਰਹੀ ਹੈ। ਸੋ ਜਿਹੜੇ ਸੱਜਣ ਨਹੀਂ ਆਏ ਸੀਗੇ ਕੱਲ੍ਹ ਪਰਸੋਂ, ਤੁਹਾਨੂੰ ਬੇਨਤੀ ਹੱਥ ਜੋੜ ਕੇ ਕਿ ਕੁਛ ਗੱਲਾਂ ਦਾ ਡਿਸਕਸ਼ਨ ਹੋਇਆ ਸੀ, ਯੂ ਆਰ ਵੈਲਕਮ ਟੂ ਪਾਰਟੀਸਿਪੇਟ, ਬਟ ਥੋੜ੍ਹਾ ਜਿਹਾ ਕਿਸੇ ਤਰਤੀਬ ਵਿੱਚ ਜੇ ਗੱਲ ਕਰਾਂਗੇ ਤਾਂ ਥੋੜ੍ਹਾ ਜਿਹਾ ਸੌਖਾ ਹੋ ਜਾਊਗਾ। ਬਿਫੋਰ ਵੀ ਸਟਾਰਟ ਟੂਡੇ, ਅਸੀਂ ਐਜ਼ ਆਰਗੇਨਾਈਜ਼ਰਸ ਦੇ ਲੈਵਲ 'ਤੇ ਅਸੀਂ ਇਹ ਵੀ ਓਬਜ਼ਰਵ ਕਰ ਰਹੇ ਸੀਗੇ ਕਿ ਜਿਹੜੇ ਅਸੀਂ ਡੈਲੀਗੇਟਸ ਪਹਿਲੇ ਦਿਨ ਅਨਾਊਂਸ ਕੀਤੇ ਸੀ ਅਤੇ ਕੱਲ੍ਹ ਉਹਨਾਂ ਨੂੰ ਇਨਵੋਲਵ ਕੀਤਾ ਸੀਗਾ, ਸੋ ਅਸੀਂ ਉਹਨਾਂ 'ਚੋਂ ਇੱਕ ਨੂੰ ਪਿਕ ਕੀਤਾ ਕਿ ਇਸ ਦਾ ਕੌਂਟੈਕਟ ਸਾਡੇ ਲਈ ਖੜਾ ਕਰ ਦੇਣ ਸਰਦਾਰ ਗੁਰਤੇਜ ਸਿੰਘ ਹੁਣਾਂ ਨੂੰ, ਬਿਕੋਜ਼ ਯੈਸਟਰਡੇ ਹੀ ਡਿਡਨਟ ਸਪੀਕ ਐਟ ਆਲ। ਐਕਚੁਅਲੀ ਵੀ ਆਰ ਓਬਜ਼ਰਵਿੰਗ, ਉਹਨਾਂ 'ਚੋਂ ਅਸੀਂ 2-3 ਜਣੇ ਪਿਕ ਕਰਨੇ ਸੀਗੇ। ਸੋ ਵੀ ਕੈਨ ਆਸਕ ਹਿਮ ਟੂ ਸੈਟ ਦਿਸ ਕੌਂਟੈਕਸਟ ਕਿ 10 ਮਿੰਟਾਂ ਵਿੱਚ ਸਾਡੇ ਲਈ ਉਹ ਇੱਕ, ਬਿਕੋਜ਼ ਹੀ ਇਜ਼ ਆਲਸੋ ਬੀਨ IAS, ਹੀ ਇਜ਼ ਆਲਸੋ IPS, ਸਿੱਖ ਪ੍ਰੋਫੈਸਰ ਰਹੇ ਨੇ, ਨੈਸ਼ਨਲ ਪ੍ਰੋਫੈਸਰ ਆਫ ਸਿੱਖਿਜ਼ਮ, ਪੋਲੀਟੀਕਲ ਪਾਰਟੀ ਵਿੱਚ ਵੀ ਕੰਮ ਕੀਤਾ, ਐਡਮਿਨਿਸਟ੍ਰੇਸ਼ਨ, ਲਾਅਲੈਸਨੈਸ, ਹਿਊਮਨ ਰਾਈਟਸ, you name it, he has done it. So what we are saying is ਕਿ ਤੁਸੀਂ ਕਈ ਵਾਰ ਨਾ ਮੇਰੇ ਵਰਗੇ ਬੜੇ ਹੁੰਦੇ ਨੇ ਕਿ ਇਹ ਵੀ ਕਰ ਲਓ, ਉਹ ਵੀ ਕਰ ਲਓ। ਸੋ ਵੀ ਆਰ ਆਸਕਿੰਗ ਹਿਮ, ਐਂਡ ਇਟਸ ਅ ਚੈਲੰਜ, ਆਈ ਅੰਡਰਸਟੈਂਡ, ਬਟ ਹੀ ਸੇਜ਼ ਹੀ ਵਿਲ ਡੂ ਇਟ, ਕਿ 10 ਮਿੰਟਾਂ ਵਿੱਚ ਸਾਨੂੰ ਫੋਕਸ ਲੈਵਲ 'ਤੇ ਗੱਲ ਕਰਨ ਕਿ ਮੇਜਰ ਆਈਡੀਆਜ਼ ਕਿੱਥੇ ਸਾਨੂੰ ਤਵੱਜੋ ਦੇਣ ਦੀ ਲੋੜ ਆ, ਮੇਜਰ ਆਈਡੀਆਜ਼ 'ਤੇ। ਕਿਉਂਕਿ ਪ੍ਰੋਸੈਸ ਹੈ ਨਹੀਂ, ਸਾਨੂੰ ਸਾਰਿਆਂ ਨੂੰ ਪਤਾ। ਪ੍ਰੋਸੈਸ ਨੂੰ ਬਣਾਉਣ ਨੂੰ ਹੋ ਸਕਦਾ 5 ਸਾਲ ਲੱਗਣ, ਹੋ ਸਕਦਾ 1 ਸਾਲ 'ਚ ਹੋ ਜਾਵੇ, ਹੋ ਸਕਦਾ 10 ਸਾਲ ਲੱਗ ਜਾਣ। ਇਨ ਦੀ ਐਬਸੈਂਸ ਆਫ ਅਗਰੀਮੈਂਟ ਕੁਛ ਗੱਲਾਂ ਵੱਲ ਜ਼ਿਆਦਾ ਤਵੱਜੋ ਦੇਣ ਦੀ ਲੋੜ ਆ। ਉਹ 10 ਮਿੰਟ ਦੇ ਵਿੱਚ ਸਰਦਾਰ ਗੁਰਤੇਜ ਸਿੰਘ ਹੁਣਾਂ ਨੂੰ ਅਸੀਂ ਰਿਕੁਐਸਟ ਕਰਾਂਗੇ ਇਹਦਾ ਕੌਂਟੈਕਟ ਸੈੱਟ ਕਰਨ। ਉਸ ਤੋਂ ਬਾਅਦ ਅਸੀਂ ਅੱਜ 2 ਗਰੁੱਪਸ ਦੇ ਵਿੱਚ ਸਪਲਿਟ ਹੋ ਕੇ ਘੰਟਾ ਡਿਸਕਸ਼ਨ ਕਰਕੇ ਫਿਰ ਲਾਰਜਰ ਡਿਸਕਸ਼ਨ ਕਰਾਂਗੇ। ਸਰਦਾਰ ਗੁਰਤੇਜ ਸਿੰਘ ਟੂ ਸੈਟ ਅਪ ਅ ਕੌਂਟੈਕਸਟ ਫॉर
Sarbat Khalsa and Jathedar on these three ideas in 10 minutes. Thank you. ਸਤਿਕਾਰਯੋਗ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਕੋਲ ਇੱਕ ਡਾਕੂਮੈਂਟ ਹੈ ਗੁਰੂ ਗ੍ਰੰਥ ਸਾਹਿਬ ਔਰ 10 ਗੁਰੂ ਸਾਹਿਬਾਨ ਦੀ ਔਰ ਹਜ਼ਾਰਾਂ ਲੱਖਾਂ ਸਿੱਖਾਂ ਦੀ ਤਸਦੀਕ, ਹਜ਼ਾਰਾਂ ਲੱਖਾਂ ਸਿੱਖ ਜਿਹੜੇ ਸ਼ਹੀਦ ਹੋਏ ਇਸ ਦੀ ਬਾਣੀ ਨੂੰ ਪ੍ਰੋਟੈਕਟ ਕਰਨ ਵਾਸਤੇ, ਸਦਾ ਵਾਸਤੇ ਰੱਖਣ ਵਾਸਤੇ ਉਹਨਾਂ ਲੋਕਾਂ ਦੀ ਸ਼ਹਾਦਤ ਹੈ ਕਿ ਇਸ ਦੇ ਵਿੱਚ ਹਰ ਅੱਖਰ ਸੱਚ ਹੈ। ਹੁਣ ਅਸੀਂ ਜੇ ਇਸ ਗੁਰੂ ਗ੍ਰੰਥ ਨੂੰ ਔਰ 10ਵੇਂ ਪਾਤਸ਼ਾਹ ਦੇ ਅੰਤਮ ਫਰਮਾਨ ਨੂੰ, ਜਿਹੜਾ ਕਿ 10, ਆਪਾਂ ਤਾਂ ਇੱਕੋ ਹੀ ਗੁਰੂ ਮੰਨਦੇ ਹਾਂ, ਲੇਕਿਨ 10 ਸਰੂਪਾਂ ਦਾ ਅਖੀਰਲਾ ਫੈਸਲਾ ਹੈ, ਉਹ ਇਹ ਹੈ ਕਿ ਅੱਜ ਤੋਂ ਬਾਅਦ ਗੁਰੂ ਦੀ ਆਤਮਾ ਗ੍ਰੰਥ ਦੇ ਵਿੱਚ, ਸਰੀਰ ਪੰਥ ਦੇ ਵਿੱਚ, ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਗੱਦੀ ਬਖਸ਼ੀ ਗਈ ਹੈ। ਗੁਰਗੱਦੀ ਦੇ ਉੱਤੇ ਇਸ ਵੇਲੇ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਖਾਲਸਾ ਪੰਥ ਬੈਠੇ ਹੋਏ ਨੇ। ਹੁਣ ਜੇ ਇਹਨਾਂ ਦੇ ਸਿਧਾਂਤਾਂ ਦੇ ਅਨੁਸਾਰ ਖਾਲਸਾ ਪੰਥ ਆਪਣਾ ਜੋ ਡੇ ਟੂ ਡੇ ਵਰਕਿੰਗ ਹੈ ਜਾਂ ਸਿਆਸੀ ਸਮਾਜਿਕ ਇਤਿਹਾਦ ਜੋ ਉਹਨਾਂ ਦੇ ਫਿਕਰ ਹਨ, ਜੋ ਉਹਨਾਂ ਨੂੰ ਕਰਨਾ ਬਣਦਾ ਸਮਾਜ ਦੇ ਵਿੱਚ, ਉਹ ਕਰੇਗਾ ਤਾਂ ਫਿਰ ਉਹ ਠੀਕ ਨਹੀਂ ਹੋਏਗਾ। ਇਹ ਆਪਾਂ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੋਵਰਨ ਅਕਾਲ ਪੁਰਖ ਹੈ। ਕੱਲ੍ਹ ਜਦੋਂ ਬਾਰ-ਬਾਰ ਇੱਥੇ ਸੋਵਰਨਟੀ ਦੀ ਗੱਲ ਹੋ ਰਹੀ ਸੀ ਤਾਂ ਮੈਨੂੰ ਥੋੜ੍ਹਾ ਜਿਹਾ ਲੱਗ ਰਿਹਾ ਸੀ ਕਿ ਕਿਤੇ ਅਸੀਂ ਥਿੜਕ ਰਹੇ ਹਾਂ। ਸੋਵਰਨ ਤਾਂ ਹੈ ਔਰ ਅਕਾਲ ਪੁਰਖ ਸੋਵਰਨ ਹੈ, ਔਰ ਇਸੇ ਬੇਸਿਸ ਦੇ ਉੱਤੇ, ਇਸੇ ਆਧਾਰ ਦੇ ਉੱਤੇ ਗੁਰੂ ਸਾਹਿਬ ਨੇ ਜਿਹੜੇ ਦੁਨਿਆਵੀ ਰਾਜੇ ਸੀ ਉਹਨਾਂ ਦੀ ਸੋਵਰਨਟੀ ਨੂੰ ਵੰਗਾਰਿਆ ਸੀ। ਅੱਜ ਜਿਹੜੀ ਸੋਵਰਨਟੀ ਹੈ, ਜੇ ਤੁਸੀਂ ਕਹੋ ਫਲਾਨਾ ਨੇਸ਼ਨ ਸੋਵਰਨ ਹੈ, ਸੋਵਰਨਟੀ ਨੇ ਇਤਿਹਾਸ ਦੇ ਵਿੱਚ ਕੀ ਰੋਲ ਅਦਾ ਕੀਤਾ ਹੈ, ਨੇਸ਼ਨ ਸਟੇਟ ਨੇ ਕੀ ਰੋਲ ਅਦਾ ਕੀਤਾ ਹੈ, ਤੁਸੀਂ ਸਾਰੇ ਜਾਣਦੇ ਹੋ। ਇਹਨਾਂ ਚੀਜ਼ਾਂ ਨੂੰ ਦੁਹਰਾਉਣ ਦੀ ਲੋੜ ਨਹੀਂ। ਜੇ ਅੱਜ ਤੁਸੀਂ ਕਹੋ ਕਿ ਫਲਾਨਾ ਨੇਸ਼ਨ ਮੁਕੰਮਲ ਤੌਰ 'ਤੇ ਸੋਵਰਨ ਹੈ ਤਾਂ ਐਸੀ ਕੋਈ ਚੀਜ਼ ਸੰਸਾਰ ਦੇ ਵਿੱਚ ਹੈ ਨਹੀਂ। UN ਦੀਆਂ ਰੈਜ਼ੋਲੂਸ਼ਨ, UN ਦੇ ਐਗਰੀਮੈਂਟਸ ਔਰ ਕਈ ਕਿਸਮ ਦੇ ਫੈਸਲੇ ਹੋਏ ਨੇ ਜਿਨ੍ਹਾਂ ਦੇ ਵਿੱਚ ਹਰ ਇੱਕ ਨੂੰ ਉਹ ਫੈਸਲੇ ਇੰਪਲੀਮੈਂਟ ਕਰਨੇ ਪੈਂਦੇ ਨੇ, ਚਾਹੇ ਉਹ ਕਿੰਨਾ ਹੀ ਵੱਡਾ ਨੇਸ਼ਨ ਹੋਵੇ, ਚਾਹੇ ਉਹ USA ਹੋਵੇ, ਕੈਨੇਡਾ ਹੋਵੇ ਜਾਂ ਕੋਈ ਵੀ ਹੋਵੇ। ਉਹਨਾਂ ਨੂੰ ਉਹ ਫੈਸਲਿਆਂ ਨੂੰ ਧਿਆਨ ਦੇ ਵਿੱਚ ਰੱਖ ਕੇ, ਹਿਊਮਨ ਰਾਈਟਸ ਐਟਸੈਟਰਾ, ਉਹਨਾਂ ਨੂੰ ਆਪਣੇ ਕਾਨੂੰਨ ਬਣਾਉਣੇ ਪੈਂਦੇ ਨੇ। ਸੋ ਇਹ ਸੋਵਰਨਟੀ ਤਾਂ ਪਹਿਲਾਂ ਵੀ ਨਹੀਂ ਸੀ ਸਾਡੇ ਅਨੁਸਾਰ ਅਤੇ ਅੱਜ ਹੈ ਨਹੀਂ। ਇਸ ਨੂੰ ਰੀਸਟਰਕਟ ਕਰਨਾ ਪੰਥ ਦੇ ਵਿੱਚ ਪਤਾ ਨਹੀਂ ਕਿੱਥੋਂ ਤੱਕ ਜਾਇਜ਼ ਹੈ। ਉਹ ਕਿਸ ਰੂਪ ਦੇ ਵਿੱਚ ਕਰਨਾ ਚਾਹੁੰਦੇ ਹੋ, ਇਸ ਦੇ ਬਾਰੇ ਵਿਚਾਰ ਕਰ ਲੈਣਾ। ਹੁਣ ਜੇ ਇਹ ਪੋਜੀਸ਼ਨ ਹੈ ਸਾਡੀ, ਤਾਂ ਇਸ ਦੇ ਵਿੱਚ ਸਰਬੱਤ ਖਾਲਸਾ ਦਾ ਇਤਿਹਾਸਿਕ ਪਿਛੋਕੜ ਆਪਾਂ ਨੂੰ ਵਿਚਾਰਨਾ ਚਾਹੀਦਾ ਹੈ। ਖਾਲਸੇ ਦੀ ਇੱਕ ਲਿਬਰੇਸ਼ਨ ਸਟਰਗਲ ਸੀ। ਉਹਨਾਂ ਨੇ, ਗੁਰੂ ਨਾਨਕ ਸਾਹਿਬ ਸੰਸਾਰ ਦੇ ਉੱਤੇ ਸਭ ਤੋਂ ਵੱਧ ਦੁਨੀਆ ਦੇਖਣ ਵਾਲੇ ਇਨਸਾਨ ਸਨ। ਕੰਪੈਰੀਜ਼ਨ ਨਹੀਂ ਕਰ ਰਿਹਾ, ਲੇਕਿਨ ਦੂਸਰੇ ਪ੍ਰੋਫਿਟਸ ਦਾ ਜੇ ਤੁਸੀਂ ਦੇਖੋ ਤਾਂ ਕਿਸੇ ਨੇ 10 ਮੀਲ 15 ਮੀਲ ਦੇ ਘੇਰੇ ਤੋਂ ਬਾਹਰ ਕਦੇ ਕੋਈ ਗਿਆ ਨਹੀਂ। ਇਸ ਤਰ੍ਹਾਂ ਦੇ ਪ੍ਰੋਫਿਟਸ ਵੀ ਉਹਨਾਂ ਦੇ ਵਿੱਚ ਹਨ। ਗੁਰੂ ਨਾਨਕ ਸਾਹਿਬ ਸਾਰੀ ਸੰਸਾਰ ਦੇ ਉੱਤੇ ਗਏ ਕਿਉਂਕਿ ਉਹਨਾਂ ਦਾ ਜਿਹੜਾ ਦਾਵਾ ਸੀ ਉਹ ਜਗਤ ਗੁਰੂ ਦਾ ਦਾਵਾ ਸੀ, ਔਰ ਜਿਹੜਾ ਕੁਛ ਉਹਨਾਂ ਨੇ ਕਹਿਣਾ ਸੀ ਉਹ ਸਾਰੇ ਸੰਸਾਰ ਵਾਸਤੇ ਰੈਲੇਵੈਂਟ ਸੀ। ਸਾਰੇ ਸੰਸਾਰ ਨੂੰ ਉਸ ਨੂੰ ਅਪਣਾਉਣ ਵਾਸਤੇ ਉਹਨਾਂ ਨੇ ਕਹਿਣਾ ਸੀ। ਜਦੋਂ ਆਪਾਂ ਐਕਸਕਲੂਸਿਵਲੀ ਸਿੱਖਾਂ ਦੀ ਸੋਵਰਨਟੀ ਦੀ ਗੱਲ ਕਰਦੇ ਹਾਂ ਉਦੋਂ ਮੈਨੂੰ ਬੜੀ ਡਿਸਟਰਬੈਂਸ ਹੁੰਦੀ ਹੈ ਮਾਈਂਡ ਦੇ ਵਿੱਚ ਕਿ ਕੀ ਅਸੀਂ ਗੁਰੂ ਦੇ ਰਾਹ 'ਤੇ ਚੱਲ ਰਹੇ ਹਾਂ। ਔਰ ਗੁਰੂ ਨੇ ਲਿਬਰੇਟ ਕਰਨ ਵਾਸਤੇ ਸਾਰਿਆਂ ਨੂੰ ਲਿਬਰੇਟ ਕੀਤਾ। ਇਹ ਨਹੀਂ ਕਿ ਖਾਲਸੇ ਨੂੰ ਇਕੱਲੇ ਨੂੰ, ਖਾਲਸਾ ਜਿਹੜਾ ਹੈ ਉਸ ਨੂੰ ਕਸਟੋਡੀਅਨ ਥਾਪਿਆ ਗੁਰੂ ਨੇ। ਕਸਟੋਡੀਅਨ ਦੋ ਚੀਜ਼ਾਂ ਦਾ, ਇੱਕ ਗੁਰੂ ਗ੍ਰੰਥ ਦੇ ਉਪਦੇਸ਼ ਦਾ ਕਸਟੋਡੀਅਨ
ਉਸ ਨੂੰ ਸੰਭਾਲਣ ਦਾ, ਉਸ ਨੂੰ ਪ੍ਰਚਾਰਨ ਦਾ ਔਰ ਉਸ ਦੇ ਉੱਤੇ ਪਹਿਰਾ ਦੇਣ ਦਾ, ਆਪਣੇ ਆਪ ਦੇ ਵਿੱਚ ਮੂਰਤੀਮਾਨ ਕਰਨ ਦਾ ਕਸਟੋਡੀਅਨ ਥਾਪਿਆ। ਔਰ ਦੂਸਰਾ ਕਸਟੋਡੀਅਨ ਥਾਪਿਆ ਜੋ ਉਸ ਦੇ ਵਿੱਚ ਉਪਦੇਸ਼ ਹਨ ਉਹਨਾਂ ਨੂੰ ਸੰਸਾਰ ਦੇ ਉੱਤੇ ਲਾਗੂ ਕਰਨ ਦਾ। ਹੁਣ ਇਹ ਜਿਹੜਾ ਹੈ, ਜੇ ਲਿਬਰਟੀ ਹੈ, ਕਿਉਂਕਿ ਸਭ ਤੋਂ ਪਹਿਲਾਂ ਗੁਰੂ ਨੇ ਸਾਨੂੰ ਮੁਕਤੀ ਦਿੱਤੀ, ਔਰ ਜਿਹੜੇ ਧਰਮ ਗੱਲ ਕਰਦੇ ਸੀ ਕਿ ਮਰ ਜਾਓਗੇ ਤੇ ਮੁਕਤ ਹੋ ਜਾਓਗੇ, ਕਰਵੱਤ ਧਰਾ ਲਓ ਸਿਰ ਦੇ ਉੱਤੇ, ਤੁਸੀਂ ਆਰਾ ਧਰਾ ਕੇ ਮਰ ਜਾਓ ਤੇ ਤੁਸੀਂ ਫਲਾਨਾ ਕੰਮ ਕਰੋ, ਫਲਾਨਾ ਕਰਮ ਕਾਂਡ ਕਰੋ, ਫਲਾਨੇ ਪ੍ਰੋਫਿਟ ਦੇ ਕਹੇ ਹੋਏ ਲਫ਼ਜ਼ਾਂ ਨੂੰ ਦੁਹਰਾਓ, ਤੁਸੀਂ ਮੁਕਤ ਹੋ ਜਾਓਗੇ। ਗੁਰੂ ਨੇ ਕਿਹਾ ਨਹੀਂ, ਇਹ ਮੁਕਤੀ ਜਿਹੜੀ ਹੈ ਕਰਨੀ ਬਾਝੋਂ ਤਰੇ ਨਾ ਕੋਈ। ਸੋ ਇਹ ਜਿਹੜੀ ਕਰਨੀ ਹੈ, ਇਸ ਦੇ ਰਾਹੀਂ ਜਿਹੜੀ ਮੁਕਤੀ ਮਿਲਦੀ ਹੈ ਖਾਲਸੇ ਨੂੰ, ਉਸ ਨੇ ਯੂਜ਼ ਕਰਨਾ ਹੈ, ਉਸ ਦੀ ਵਰਤੋਂ ਸੰਸਾਰ ਦੇ ਵਿੱਚ ਕਰਨੀ ਹੈ ਬਾਕੀ ਲੋਕਾਂ ਨੂੰ ਮੁਕਤ ਕਰਨ ਵਾਸਤੇ। ਔਰ ਇਸੇ ਵਾਸਤੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬੰਦਾ ਬਹਾਦਰ ਨੂੰ ਪੰਜਾਬ ਦੇ ਵਿੱਚ ਭੇਜਿਆ ਤਾਂ ਜਿਹੜਾ ਪਹਿਲਾ ਰਾਜ ਉਸ ਨੇ ਸਥਾਪਿਤ ਕੀਤਾ ਉਹਦਾ ਨਾਮ ਉਹਨੇ ਖਾਲਸਾ ਰਾਜ ਨਹੀਂ ਰੱਖਿਆ। ਉਸ ਨੂੰ ਖਾਲਸਾ ਰਾਜ ਨਹੀਂ ਕਿਹਾ। ਉਸ ਨੂੰ ਜੋ ਰਾਜ ਸੀ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਿਹੜਾ ਸਿੱਕਾ ਉਹਨੇ ਚਲਾਇਆ, ਉਸ ਦੇ ਉੱਤੇ ਉਸ ਦਾ ਜ਼ਿਕਰ ਕੀਤਾ ਕਿ ਇਹ ਮਨੁੱਖਤਾ ਦਾ ਰਾਜ ਹੈ, ਜਿਸ ਦੇ ਉਹ ਪ੍ਰੋਫਿਟ ਸਨ, 10 ਪਾਤਸ਼ਾਹ, ਔਰ ਕੋਈ ਵੀ ਗੁਰੂ ਨਾਨਕ ਦਾ ਨਾਮ ਵੀ ਇੱਕ ਲੈ ਲਈਏ ਤਾਂ ਉਹ ਵੀ ਕਾਫੀ ਹੈ। ਸਿੱਕਾ ਸਾਰੇ ਸੰਸਾਰ ਦੇ ਵਿੱਚ ਉਹਨਾਂ ਦਾ ਚਲਾਇਆ, ਯਾਨੀ ਉਹਨਾਂ ਦੇ ਉਪਦੇਸ਼ ਦਾ ਸਾਰੇ ਸੰਸਾਰ ਦੇ ਵਿੱਚ ਜਿਹੜਾ ਪ੍ਰਚਾਰ ਹੋਇਆ, ਉਸ ਦੇ ਅਨੁਸਾਰ ਅਸੀਂ ਸਾਰੇ ਲੋਕਾਂ ਦੇ ਖੈਰਖਾਹ ਹਾਂ। ਔਰ ਦੇਖੋ ਤੁਸੀਂ ਕਿ ਉਸ ਦੀ ਫੌਜ ਦੇ ਵਿੱਚ ਉਸ ਵੇਲੇ 5000 ਮੁਸਲਮਾਨ ਸਨ, ਤਕਰੀਬਨ ਇੰਨੇ ਕੀ ਸਿੱਖ ਹੋਣੇ ਹੈ, ਕਿਉਂਕਿ ਉਹਨਾਂ ਨੇ ਰਿਅਲਾਈਜ਼ ਕਰ ਲਿਆ ਸੀ ਕਿ ਜਿਹੜੀ ਇਸ ਜ਼ਾਲਮ ਕਿਸਮ ਦੀ ਹਕੂਮਤ ਤੋਂ ਤੇ ਬਾਕੀ ਜੋ ਇਹਨਾਂ ਪ੍ਰੀਸਟਹੁੱਡ ਦਾ ਜ਼ੁਲਮ ਚੱਲ ਰਿਹਾ, ਇਸ ਤੋਂ ਨਿਜਾਤ ਇਨਸਾਨ ਨੂੰ ਦਿਵਾਉਣੀ ਜ਼ਰੂਰੀ ਹੈ। ਸੋ ਇਹ ਜਿਹੜਾ ਹੁਕਮ ਹੈ ਇਹ ਕਤਈ ਹੈ, ਔਰ ਸਾਰਿਆਂ ਵਾਸਤੇ ਮੁਕਤ ਇਨਸਾਨ ਨੇ ਜਿਸ ਵੇਲੇ ਜਿਉਂਦਾ ਆਦਮੀ ਮੁਕਤ ਹੋ ਜਾਂਦਾ ਹੈ, ਮੁਕਤੀ ਹਾਸਲ ਕਰ ਲੈਂਦਾ ਹੈ ਗੁਰੂ ਦੇ ਉਪਦੇਸ਼ ਦੇ ਅਨੁਸਾਰ, ਫਿਰ ਉਸ ਦਾ ਫਰਜ਼ ਬਣਦਾ ਹੈ ਕਿ ਉਹ ਸਾਰੇ ਸੰਸਾਰ ਦੀ ਸੇਵਾ ਦੇ ਵਿੱਚ ਹਾਜ਼ਰ ਹੋਵੇ ਔਰ ਨਿਰਮਾਣਤਾ ਦੇ ਨਾਲ ਸਭ ਦੀ ਸੇਵਾ ਕਰੇ, ਤਾਂ ਕਿ ਉਹ ਸਾਰੇ ਉਹ ਮੁਕਤੀ ਦਾ ਰਾਹ ਦੇਖ ਲੈਣ। ਇੱਕ ਆਪਣੀ ਧਰਮ ਗ੍ਰੰਥ ਦੇ ਵਿੱਚ ਲਿਖਿਆ ਮਿਲਦਾ ਹੈ ਕਿ ਰਚ ਦੀਨੋ ਖਾਲਸਾ ਜਗਤ ਕੋ ਦੈਨ ਸੰਤ। ਲੋਕਾਂ ਦੇ ਵਾਸਤੇ ਇੱਕ ਐਗਜ਼ਾਮਪਲ ਤੇ ਇੱਕ ਮੁਜੱਸਮਾ ਗੁਰੂ ਸਾਹਿਬ ਨੇ ਤਿਆਰ ਕੀਤਾ, ਜਿਹੜਾ ਕਿ ਉਹਨਾਂ ਉਪਦੇਸ਼ਾਂ ਦਾ ਮੁਜੱਸਮਾ ਸੀ। ਇੱਕ ਵਾਰੀ ਬੰਦਾ ਬਹਾਦਰ ਤੇ ਸੀ ਸੈਮੀਨਾਰ, ਮੈਨੂੰ ਕਿਹਾ ਉਹਨਾਂ ਨੇ, ਤੇ ਉਹ ਮੈਂ ਅਰਜ਼ ਕੀਤੀ ਸੀ ਵੀ ਬੰਦਾ ਬਹਾਦਰ ਇੱਕ ਖੂਨ ਤੇ ਮਾਸ ਦਾ ਥੀਸਿਸ ਹੈ ਜਿਹੜਾ 10ਵੇਂ ਪਾਤਸ਼ਾਹ ਨੇ ਲਿਖਿਆ ਸੀ। ਉਸ ਦਾ ਜੀਵਨ ਦੇਖੋ, ਉਸ ਦੇ ਕਾਰਨਾਮੇ ਦੇਖੋ। ਉਸ ਨੇ ਸਰਹੰਦ ਫਤਿਹ ਕਰ ਲਈ, 800 ਸਾਲ ਦੇ ਵਿੱਚ ਸਭ ਤੋਂ ਪਹਿਲੀ ਇੰਟਰਨਲ ਹਕੂਮਤ ਸਥਾਪਿਤ ਕੀਤੀ, ਲੇਕਿਨ ਉਸ ਨੂੰ ਆਪਣੇ ਅਧੀਨ ਨਹੀਂ ਰੱਖਿਆ। ਉਸ ਦੀ ਤਲਵਾਰ ਦੇ ਨਾਲ ਉਹ ਜਿੱਤੀ ਹੋਈ ਹਕੂਮਤ ਸੀ ਔਰ ਇਹੀ ਦਸਤੂਰ ਸੀ ਉਸ ਵੇਲੇ, ਆਪਣੇ ਅਧੀਨ ਨਹੀਂ ਰੱਖਿਆ। ਉਸ ਦੇ ਵਿੱਚ ਵੱਖ-ਵੱਖ ਗਵਰਨਰ ਅਪਾਇੰਟ ਕੀਤੇ ਔਰ ਉਹ ਆਪਣੇ ਆਪ ਕਿਸੇ ਜਗ੍ਹਾ 'ਤੇ ਵੀ ਗਵਰਨਰ ਨਹੀਂ ਲੱਗਾ, ਕਿਉਂਕਿ ਇਹ ਮਕਸਦ ਨਹੀਂ ਸੀ। ਜੇ ਇਸਲਾਮ ਦੇ ਇਤਿਹਾਸ ਵੱਲ ਜਾਓ, ਪਹਿਲੇ 4 ਖਲੀਫਾ ਦਾ ਇਤਿਹਾਸ ਪੜ੍ਹੋ ਤਾਂ ਇਸ ਤਰ੍ਹਾਂ ਦਾ ਤੁਹਾਨੂੰ ਝਲਕ ਕਿਸੇ ਵੇਲੇ ਇਸ ਉਪਦੇਸ਼ ਦੀ ਪਏਗੀ। ਸੋ ਜਿਹੜਾ ਸੰਸਾਰ ਦੇ ਵਾਸਤੇ ਕਲਿਆਣ ਵਾਸਤੇ ਜਗਤ ਗੁਰੂ ਆਇਆ ਸੀ, ਜੇ ਉਸ ਜਗਤ ਗੁਰੂ ਦਾ ਉਪਦੇਸ਼ ਟਰਾਂਸਲੇਟ ਕਰਨਾ ਤਾਂ ਸਾਰੇ ਸੰਸਾਰ ਦੇ ਵਾਸਤੇ ਰੈਲੇਵੈਂਟ ਹੈ। ਕਈ ਵਾਰੀ ਮੈਂ ਸੋਚਦਾ ਸੀ ਕਿ ਸਾਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਸੀ ਜਦੋਂ ਮੁਹੰਮਦ ਅਲੀ ਜਿਨ੍ਹਾਂ ਨੇ ਆਫਰ ਕੀਤੀ ਸੀ, ਲੇਕਿਨ ਫਿਰ ਵਿਚਾਰ ਕਰਦੇ ਹਾਂ ਤਾਂ ਸੋਚਦੇ ਹਾਂ ਕਿ ਇਹ ਬਿਹਤਰ ਹੈ ਕਿ ਜਿੱਥੇ ਦਲਿਤ ਲੋਕ ਹਨ, ਜਿੱਥੇ ਦਬੇ ਕੁਚਲੇ ਲੋਕ ਹਨ, ਉੱਥੇ ਖਾਲਸੇ ਦੀ ਲੋੜ ਹੈ। ਦੂਸਰੀ ਜਗ੍ਹਾ ਜਿੱਥੇ ਉਪਦੇਸ਼ ਪਹਿਲਾਂ ਤੋਂ ਹੀ ਚੱਲ ਰਿਹਾ ਹੈ ਏਕਤਾ ਦਾ ਔਰ ਬਰਾਬਰੀ ਦਾ, ਉੱਥੇ ਬਹੁਤੀ ਲੋੜ ਸ਼ਾਇਦ ਨਹੀਂ। ਸੋ ਇਹ ਸਾਡਾ ਫਰਜ਼ ਹੈ। ਜਿਹੜਾ ਸਰਬੱਤ ਖਾਲਸਾ ਹੈ ਉਹ ਵੀ ਇਸੇ ਵਾਸਤੇ ਜੂਝਦਾ ਰਿਹਾ। ਇਤਿਹਾਸ ਦੇ ਵਿੱਚ ਤੁਸੀਂ ਦੇਖੋ ਤਾਂ ਸਰਬੱਤ ਖਾਲਸਾ ਲੋਕਾਂ ਨੂੰ ਲਿਬਰੇਟ ਕਰਨ ਵਾਸਤੇ, ਜਿਸ ਵੇਲੇ ਸਭ ਤੋਂ ਗਹਿਰੀਆਂ ਲੜਾਈਆਂ ਹੋਈਆਂ ਨੇ ਅਫਗਾਨਿਸਤਾਨ ਦੇ ਨਾਲ, ਅਬਦਾਲੀ ਦੇ ਨਾਲ, ਉਸ ਵੇਲੇ ਸਰਬੱਤ ਖਾਲਸੇ ਦਾ ਬੜਾ ਵੱਡਾ ਰੋਲ ਸੀ।
ਔਰ ਜੇ ਤੁਸੀਂ ਰਤਨ ਸਿੰਘ ਭੰਗੂ ਜੀ ਦੀ ਤੁਕ ਹੈ ਲਿਖੀ ਹੋਈ ਹੈ ਇੱਥੇ, ਇਹ ਜਿਹੜੀ ਹੈ ਇਹ ਤੁਕ ਤਾਂ ਜਿਹੜਾ ਕੁੱਪ ਹਰੀੜੇ ਦੀ ਲੜਾਈ ਸੀ ਉਸ ਦੇ ਵਿੱਚ ਉਹਨਾਂ ਨੇ ਫਾਰਮੇਸ਼ਨ, ਮਿਲਟਰੀ ਫਾਰਮੇਸ਼ਨ ਦੇ ਮੁਤਲਕ ਇਹ ਗੱਲ ਕਹੀ ਸੀਗੀ ਕਿ ਕਿਸ ਤਰ੍ਹਾਂ ਨਾਲ ਲੜਿਆ ਜਾਵੇ, ਇਹਦੇ ਨਾਲ ਉਹ ਮਿਲਟਰੀ ਸਟ੍ਰੈਟਜੀ ਦੇ ਬਾਰੇ ਹੈ। ਖੈਰ ਉਹ ਵੀ ਕਹਿੰਦਾ ਹੈ ਕਿ ਜਿਸ ਵੇਲੇ ਖਾਲਸਾ ਅਸੈਂਬਲ ਹੁੰਦਾ ਸੀ ਤਾਂ ਉਹ ਕਹਿੰਦਾ ਸੀਗਾ ਕਿ ਇਹ ਕਾਬਲੀ ਲੋਕ ਔਰ ਬਾਹਰ ਦੇ ਲੋਕ ਆ ਕੇ ਲੋਕਾਂ ਨੂੰ ਜ਼ਬਰਦਸਤੀ ਲੁੱਟਦੇ ਹਨ, ਮਾਰਦੇ ਹਨ, ਕੁੱਟਦੇ ਹਨ, ਔਰ ਇਹਨਾਂ ਨੂੰ ਕੋਈ ਅਧਿਕਾਰ ਨਹੀਂ। ਇੱਥੋਂ ਦੇ ਲੋਕ ਆਪਣੇ ਖਿੱਤੇ ਦੇ ਵਿੱਚ ਸੁਖੀ ਰਹਿਣ, ਇਹ ਗੁਰੂ ਦਾ ਉਪਦੇਸ਼ ਹੈ, ਅਸੀਂ ਇਸ ਉਪਦੇਸ਼ ਨੂੰ ਇੰਪਲੀਮੈਂਟ ਕਰਨਾ ਹੈ। ਔਰ ਇੱਕ ਵੇਲੇ ਸਿੱਖ ਬੰਦਾ ਬਹਾਦਰ ਤੋਂ ਬਾਅਦ ਸਿਰਫ 1100 ਰਹਿ ਗਏ ਸਨ ਸਿੰਘ। 1100 ਨੇ ਸੋਚਿਆ ਕਿ ਜੇ ਇੱਕੇ ਵਾਰੀ ਹਮਲਾ ਕਰਕੇ ਸਾਨੂੰ ਇਹਨਾਂ ਨੇ ਖਤਮ ਕਰ ਦਿੱਤਾ, ਐਡਾ ਵੱਡਾ ਸਮਰਾਜ ਹੈ, ਤਾਂ ਅਸੀਂ ਆਪਣਾ ਨਿਸ਼ਾਨਾ ਹਾਸਲ ਨਹੀਂ ਕਰ ਸਕਦੇ। ਉਹਨਾਂ 1100 ਨੇ 11 ਮਿਸਲਾਂ ਬਣਾਈਆਂ, ਜਿਹਦੇ ਮਿਸਲ ਦਾ ਇੱਥੇ ਜ਼ਿਕਰ ਕਰਦੇ ਹੋ, ਅਤੇ 11 ਜਥਿਆਂ ਦੇ ਵਿੱਚ ਵੰਡ ਕੇ ਉਹ ਅਲੱਗ-ਅਲੱਗ ਜਗ੍ਹਾ ਦੇ ਉੱਤੇ ਸਟ੍ਰੈਟਜੀ ਬਣਾ ਕੇ ਲੜਨ ਲੱਗੇ। ਸੋ ਇਹ ਸਾਰੀ ਸਟ੍ਰੈਟਜੀ ਸਿਰਫ ਲੋਕਾਂ ਨੂੰ ਲਿਬਰੇਟ ਕਰਨ ਵਾਸਤੇ ਸੀ। ਸਰਬੱਤ ਖਾਲਸਾ ਦਾ ਕੀ ਉਪਦੇਸ਼ ਹੋਣਾ ਚਾਹੀਦਾ ਹੈ ਅੱਜ? ਸਰਬੱਤ ਖਾਲਸਾ ਦਾ ਵੀ ਉਹੀ ਕਰਮ ਹੈ ਜਿਹੜਾ ਉਸ ਵੇਲੇ ਸੀ। ਇੱਥੇ ਦਲਿਤ ਹੈ, ਇੱਥੇ ਇਹ ਹੈ, ਇੱਥੇ ਉਹ ਹੈ, ਜਿਨ੍ਹਾਂ ਦੇ ਉੱਤੇ ਸਪਰੈਸ਼ਨ ਹੋ ਰਿਹਾ ਹੈ, ਇਸ ਦੀ ਲਿਬਰੇਸ਼ਨ ਦਾ ਕੋਈ ਪ੍ਰੋਗਰਾਮ ਬਣਨਾ ਚਾਹੀਦਾ ਹੈ, ਬਜਾਏ ਇਸ ਦੇ ਕਿ ਸਾਨੂੰ ਕੀ ਚਾਹੀਦਾ, ਅਸੀਂ ਕਿਵੇਂ ਕਰਨਾ ਹੈ। ਖੈਰ ਉਹ ਜ਼ਰੂਰੀ ਹੈ ਕਿਉਂਕਿ ਉਸ ਤੋਂ ਬਿਨਾਂ ਤੁਸੀਂ ਅਗਾਂਹ ਤੁਰ ਨਹੀਂ ਸਕਦੇ। ਸੋ ਸਰਬੱਤ ਖਾਲਸਾ ਕਹਿੰਦੇ ਜੀ ਬੰਦ ਹੋ ਗਿਆ, ਰਣਜੀਤ ਸਿੰਘ ਨੇ ਬੰਦ ਕਰਤਾ, ਐਸੀ ਕੋਈ ਗੱਲ ਨਹੀਂ। ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਲਗਾਤਾਰ ਸਰਬੱਤ ਖਾਲਸਾ ਹੁੰਦਾ ਰਿਹਾ। ਅਤੇ ਤੁਸੀਂ ਦੇਖੋਗੇ ਕਿ ਜੇ ਤੁਸੀਂ ਇੱਕ ਕਿਤਾਬ ਹੈ, ਬਹੁਤੇ ਲੋਕਾਂ ਨੇ ਸ਼ਾਇਦ ਪੜ੍ਹੀ ਨਹੀਂ ਹੋਣੀ, ਲੇਕਿਨ ਕਾਦਰ ਯਾਰ ਦਾ ਸੀ ਹਰਫੀ ਰਣਜੀਤ ਸਿੰਘ ਦੇ ਵਿੱਚ ਉਹ ਲਿਖਦਾ ਹੈ, ਕਿਉਂਕਿ ਸਰਬੱਤ ਖਾਲਸਾ ਉਸ ਵੇਲੇ ਉਹਨਾਂ ਲੋਕਾਂ ਨੇ ਕਰਨਾ ਹੁੰਦਾ ਸੀ ਜਿਹੜੇ ਕਿ ਲੜਾਈ ਦੇ ਮੈਦਾਨ ਦੇ ਵਿੱਚ ਅੱਗੇ ਸਨ। ਤਾਂ ਜਿਹੜੇ ਉਹ ਉਸ ਦੀ ਫੌਜ ਦੇ ਸਰਦਾਰ ਸਨ, ਸਾਰਿਆਂ ਨੂੰ ਵੱਖ-ਵੱਖ ਮਿਸਲਾਂ ਦੇ ਸਰਦਾਰ ਔਰ ਵੱਖ-ਵੱਖ ਰੈਜੀਮੈਂਟ ਦੇ ਸਰਦਾਰ, ਉਹਨਾਂ ਨੂੰ ਬੁਲਾ ਕੇ ਰਣਜੀਤ ਸਿੰਘ ਨੇ ਸਰਬੱਤ ਖਾਲਸਾ ਕੀਤਾ, ਔਰ ਹਰ ਲੜਾਈ ਤੋਂ ਪਹਿਲਾਂ ਕੀਤਾ, ਔਰ ਹਰ ਕ੍ਰਾਈਸਿਸ ਦੇ ਸਮੇਂ, ਹਰ ਮੌਕੇ ਦੇ ਉੱਤੇ ਜਦੋਂ ਉਸ ਨੂੰ ਲੋੜ ਪਈ ਉਹਨੇ ਕੀਤਾ। ਹੁਣ ਸਰਬੱਤ ਖਾਲਸਾ ਤੁਸੀਂ ਇੱਕ ਕ੍ਰਾਈਸਿਸ ਦੇ ਵਿੱਚ, ਐਮਰਜੈਂਸੀ ਦੇ ਵਿੱਚ ਤਾਂ ਠੀਕ ਹੈ, ਜਿਸ ਤਰ੍ਹਾਂ ਵੀ ਹੋਵੇ, ਕਾਹਨੂੰਵਾਨ ਦੇ ਕੁੰਭ ਦੇ ਵਿੱਚ, ਛੰਭ ਦੇ ਵਿੱਚ ਵੀ ਕੀਤਾ ਜਾ ਸਕਦਾ, ਹੋਰ ਵੀ ਕੀਤਾ ਜਾ ਸਕਦਾ। ਲੇਕਿਨ ਜਿਸ ਵੇਲੇ ਤੁਹਾਡੇ ਕੋਲ ਸਮਾਂ ਹੈ, ਤੁਸੀਂ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਰਹਿੰਦੇ ਹੋ, ਤਾਂ ਸਰਬੱਤ ਖਾਲਸੇ ਦਾ ਮਤਲਬ ਇਹ ਨਹੀਂ ਹੁੰਦਾ ਕਿ ਉੱਥੇ 50,000, 5 ਲੱਖ, 25 ਲੱਖ ਬੰਦਾ ਇਕੱਠਾ ਹੋ ਜਾਏ। ਉੱਥੇ ਸਾਨੂੰ ਸਰਬੱਤ ਖਾਲਸੇ ਦੇ ਵਿਚਾਰ ਲੈਣੇ ਪੈਣਗੇ। ਜਿਵੇਂ ਅਸੀਂ ਅਰਦਾਸ ਕਰਦੇ ਹਾਂ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ, ਉਹਨਾਂ ਨੂੰ ਰੱਖਿਆ ਰਿਆਇਤ ਵਾਸਤੇ ਕਿਸ ਕਿਸ ਚੀਜ਼ ਦੀ ਲੋੜ ਹੈ, ਇਹ ਜਾਣਨਾ ਪਵੇਗਾ। ਔਰ ਇਹ ਜਾਣਨ ਵਾਸਤੇ ਬਹੁਤ ਸਮਾਂ ਹੁੰਦਾ ਹੈ। ਪਿਛਲਾ ਜਿਹੜਾ ਇਹ ਹੋਇਆ ਸੀਗਾ, ਜੋ ਵੀ ਹੋਇਆ ਸੀ ਚੱਬੇ ਪਿੰਡ ਦੇ ਵਿੱਚ, ਉਸ ਤੋਂ ਬਾਅਦ ਅੱਜ ਤੱਕ ਬਹੁਤ ਸਮਾਂ ਸੀ, ਲੇਕਿਨ ਅਸੀਂ ਕੋਈ ਇਸ ਤਰ੍ਹਾਂ ਦਾ ਨਹੀਂ ਕੀਤਾ ਕਿ ਅਸੀਂ ਇਹਨਾਂ ਦਾ ਹਾਸਲ ਕਰ ਸਕੀਏ ਲੋਕਾਂ ਦਾ ਓਪੀਨੀਅਨ, ਕਿ ਉਹ ਕੀ ਕਹਿੰਦੇ ਨੇ, ਕੀ ਸਾਡੀਆਂ ਕੰਸਰਨਸ ਹੋਣਗੀਆਂ, ਔਰ ਕਿਸ ਤਰ੍ਹਾਂ ਨਾਲ ਸਰਬੱਤ ਖਾਲਸੇ ਨੇ ਐਡਰੈਸ ਕਰਨਾ ਹੈ। ਬੜੇ ਅਫਸੋਸ ਦੀ ਗੱਲ ਹੈ ਕਿ ਇੰਨਾ ਕੀਮਤੀ ਸਮਾਂ ਇਸ ਤਰ੍ਹਾਂ ਗਵਾ ਲਿਆ ਗਿਆ। ਕੋਈ ਕੰਪਲਸ਼ਨ ਨਹੀਂ ਕਿ ਇੱਕੋ ਹੀ ਫਲਾਣੇ ਦਿਨ ਨੂੰ ਸਰਬੱਤ ਖਾਲਸਾ ਕਰਨਾ ਹੈ। ਇਸ ਤੋਂ ਬਾਅਦ ਵੀ ਦਿਨ ਆਉਣਗੇ। ਇਸ ਤੋਂ ਬਾਅਦ ਕਈ ਵਾਰੀ ਸਰਬੱਤ ਖਾਲਸਾ ਦੀਵਾਲੀ 'ਤੇ ਹੁੰਦਾ ਸੀ, ਇਸ ਕਰਕੇ ਨਹੀਂ ਕਿ ਉਹ ਪਵਿੱਤਰ ਤਿਉਹਾਰ ਹੈ, ਇਸ ਕਰਕੇ ਕਿ ਉਹ ਲੋਕਾਂ ਦੇ ਵਿੱਚ ਸਾਰੇ ਜਾਣਦੇ ਸਨ ਦੀਵਾਲੀ ਕਿਹੜੇ ਦਿਨ ਹੈ, ਅਤੇ ਉਸ 'ਤੇ ਹੋ ਜਾਂਦਾ ਸੀ। ਅਸੀਂ ਅੱਜ ਕਿਸੇ ਨੂੰ ਵੀ ਦੱਸ ਕੇ, ਲੋਕਾਂ ਨੂੰ ਦੱਸ ਕੇ, ਸਾਰਿਆਂ ਨੂੰ ਇਨਫੋਰਮ ਕਰਕੇ ਅਤੇ ਸਰਬੱਤ ਖਾਲਸਾ ਕਿਸੇ ਵੀ ਲੇਟਰ ਡੇਟ ਦੇ ਉੱਤੇ ਕਰ ਸਕਦੇ ਹਾਂ। ਕੋਈ ਕੰਪਲਸ਼ਨ ਨਹੀਂ ਕਿ ਇੱਕਦਮ ਜ਼ਰੂਰੀ ਕਰਨਾ ਹੈ। ਦੂਸਰੀ ਗੱਲ ਰਹੀ ਜਥੇਦਾਰਾਂ ਦੀ, ਉਹ ਮੈਂ ਥੋੜ੍ਹੇ ਹੀ ਮਿੰਟਾਂ ਦੇ ਵਿੱਚ ਨਿਬੇੜ ਦਿੰਦਾ। ਗੱਲ ਇਹ ਹੈਗੀ ਕਿ ਜਥੇਦਾਰ ਦਾ ਕੋਈ ਅਹੁਦਾ ਪੰਥ ਦੇ ਵਿੱਚ ਕਦੇ ਨਹੀਂ ਰਿਹਾ। ਇੱਕ ਵੇਲੇ ਅਸੀਂ ਸਾਰਾ ਇਲਾਕਾ ਮਿਸਲਾਂ ਦੇ ਵਿੱਚ ਵੰਡ ਲਿਆ ਸੀ, ਔਰ ਇੱਕ ਮਿਸਲ ਐਸੀ ਸੀ, ਮਿਸਲ ਸ਼ਹੀਦਾਂ, ਜਿਸ ਦੇ ਨਿਹੰਗ ਸਿੰਘ ਮਿਸਲਦਾਰ ਸਨ ਬਹੁਤੇ, ਉਹਨਾਂ ਲੋਕਾਂ ਨੂੰ ਅੰਮ੍ਰਿਤਸਰ ਦਾ ਇਲਾਕਾ ਦਿੱਤਾ ਗਿਆ ਸੀ। ਔਰ ਅੰਮ੍ਰਿਤਸਰ ਦਾ ਇਲਾਕਾ ਇਸ ਵਾਸਤੇ ਦਿੱਤਾ ਗਿਆ ਸੀ ਕਿ ਉਹ ਇਲਾਕਾ ਐਸਾ ਸੀ ਜਿੱਥੇ ਜਾ ਕੇ ਹਰ ਸਿੱਖ ਨੇ ਮੱਥਾ ਟੇਕਣਾ ਸੀ, ਨਤਮਸਤਕ ਹੋਣਾ ਸੀ, ਜਿੱਥੇ ਜਾ ਕੇ ਹਰ ਸਿੱਖ ਨੇ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਸੀ, ਔਰ ਜਿੱਥੇ ਜਾ ਕੇ ਹਰ ਸਿੱਖ ਨੇ ਗੁਰੂ ਦੇ
ਦਰ ਦੇ ਉੱਤੋਂ ਉਪਦੇਸ਼ ਲੈਣਾ ਸੀ। ਇਸ ਕਰਕੇ ਇਸ ਇਲਾਕੇ ਨੂੰ ਨਿਊਟਰਲ ਰੱਖਿਆ ਗਿਆ ਸੀ ਔਰ ਨਿਊਟਰਲ ਇਲਾਕੇ ਦੇ ਵਿੱਚ ਉਹ ਜਿਹੜੇ ਸਰਬ ਸਾਂਝੇ ਲੋਕ ਸਨ ਉਹਨਾਂ ਨੂੰ ਇੱਥੇ ਇਹ ਸੇਵਾ ਬਖਸ਼ੀ ਗਈ ਸੀ ਇਸ ਇਲਾਕੇ ਨੂੰ ਸੰਭਾਲਣ ਦੀ। ਦੂਸਰਾ ਇਲਾਕਾ ਜਿਹੜਾ ਸਰਬ ਸਾਂਝਾ ਰੱਖਿਆ ਗਿਆ ਸੀ ਉਹ ਜੰਗਲ ਦਾ ਇਲਾਕਾ ਸੀ। ਪੰਜਾਬ ਦੇ ਵਿੱਚ ਬਠਿੰਡੇ ਦਾ ਇਲਾਕਾ, ਮੇਰਾ ਇਲਾਕਾ, ਜਿੱਥੇ ਕੱਖ ਨਹੀਂ ਹੁੰਦਾ ਲੇਕਿਨ ਲੁਕਣ ਵਾਸਤੇ ਜਗ੍ਹਾ ਬਹੁਤ ਉਹ ਕਾਮਯਾਬ ਸੀ। ਇਸ ਕਰਕੇ ਉਹ ਸਾਰਿਆਂ ਵਾਸਤੇ ਸਾਂਝਾ ਸੀ ਕਿ ਜੇ ਕੋਈ ਭੀੜ ਬਣਦੀ ਹੈ ਤਾਂ ਸਾਰੇ ਉੱਥੇ ਜਾ ਕੇ ਰਹਿ ਸਕਦੇ ਆ। ਤਾਂ ਇਹ ਜਿਹੜਾ ਜਥੇਦਾਰ ਸੀ, ਜਿਹੜਾ ਇਸ ਨਿਹੰਗ ਜਥੇਦਾਰ ਸੀ ਫੂਲਾ ਸਿੰਘ, ਉਸ ਨੂੰ ਜਥੇਦਾਰ ਬਣਾਇਆ ਗਿਆ ਸੀ ਔਰ ਇਸ ਹੈਸੀਅਤ ਦੇ ਵਿੱਚ ਉਹ ਜਥੇਦਾਰ ਸੀ, ਨਾ ਕਿ ਜਥਾ ਤਾਂ ਹੋਵੇ ਹੀ ਨਾ ਤੇ ਕਿਸੇ ਨੂੰ ਵੀ ਜਥੇਦਾਰ ਥਾਪ ਦਿਓ, ਇਸ ਤਰ੍ਹਾਂ ਦਾ ਕੁਛ ਨਹੀਂ ਹੁੰਦਾ। ਜਥੇਦਾਰ ਦੇ ਜਿੰਨੇ ਵੀ ਜਥੇਦਾਰ ਹਨ, ਇੱਕ ਗੱਲ ਮੈਂ ਕੱਲ੍ਹ ਦੇ ਜਿਹੜੇ ਡਿਸਕਸ਼ਨ ਸੀ ਉਸ ਦੇ ਬਾਰੇ ਕਹਿਣੀ ਹੈ। ਬਾਰ-ਬਾਰ 5 ਪਿਆਰਿਆਂ ਦਾ ਜ਼ਿਕਰ ਆ ਰਿਹਾ ਸੀ। 5 ਪਿਆਰੇ ਕਿਵੇਂ ਚੁਣੀਦੇ ਆ, 5 ਪਿਆਰਿਆਂ ਦਾ ਕੀ ਅਧਿਕਾਰ ਹੁੰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਪੰਥ ਦੇ ਵਿੱਚ, ਗੁਰੂ ਗ੍ਰੰਥ ਦੇ ਵਿੱਚ, ਉਪਦੇਸ਼ ਦੇ ਵਿੱਚ ਔਰ ਅੰਮ੍ਰਿਤ ਦੀ ਰਹਿਤ ਦੇ ਵਿੱਚ 5 ਪਿਆਰਿਆਂ ਦਾ ਕੋਈ ਇਸ ਤਰ੍ਹਾਂ ਦਾ ਸਥਾਨ ਨਹੀਂ ਹੈ ਜਿਹੜਾ ਕਿ ਤੁਹਾਡੇ ਤੇ ਮੇਰੇ ਨਾਲੋਂ ਉੱਚਾ ਸਥਾਨ ਹੈ, ਜਿਸ ਦੇ ਨਾਲ ਉਹ ਸਾਡੇ ਉੱਤੇ ਹੁਕਮ ਲਾਗੂ ਕਰ ਸਕਦੇ ਹੈ। ਔਰ ਕੋਈ ਸਥਾਈ 5 ਪਿਆਰੇ ਨਹੀਂ ਹੁੰਦੇ ਕਿ ਆਹ 5 ਪਿਆਰੇ ਬਣਾਤੇ, ਇਹ ਹੁਣ ਇੰਨੇ ਸਾਲ 5 ਪਿਆਰੇ ਰਹਿਣਗੇ। ਟਰਮਸ ਦੀਆਂ ਗੱਲਾਂ ਕਰ ਰਹੇ ਸੀ, ਇਹ ਕੋਈ ਟਰਮ ਨਹੀਂ ਹੁੰਦੀ ਇਹਨਾਂ ਦੀ। ਜਿਸ ਵੇਲੇ ਸੰਗਤ ਨੂੰ ਲੋੜ ਹੁੰਦੀ ਹੈ ਅੰਮ੍ਰਿਤ ਛਕਾਉਣ ਵਾਸਤੇ 5 ਪਿਆਰਿਆਂ ਦੀ ਲੋੜ ਹੈ ਤਾਂ ਗੁਰਮੁਖ ਸੱਜਣ ਵੇਖ ਕੇ ਸੰਗਤ ਦੇ ਵਿੱਚੋਂ 5 ਪਿਆਰੇ ਥਾਪਤੇ ਜਾਂਦੇ ਨੇ ਔਰ ਅੰਮ੍ਰਿਤ ਛਕਾਉਣ ਤੋਂ ਬਾਅਦ ਉਹ ਸੰਗਤ ਦੇ ਵਿੱਚ ਵਿਲੀਨ ਹੋ ਜਾਂਦੇ ਆ। ਕੋਈ ਨਹੀਂ ਕਹਿੰਦਾ ਜੀ ਆਹ 5 ਪਿਆਰਾ ਉਹ ਹੈ ਜੀ ਫਲਾਨਾ। ਜਿਸ ਵੇਲੇ ਕੋਈ ਸਿੱਖ ਕੁਤਾਹੀ ਕਰਦਾ ਹੈ, ਕੁਤਾਹੀ ਦੇਖੋ ਅਸੀਂ ਕਿਸੇ ਦੇ ਬਰਖਲਾਫ ਤਾਂ ਕਰਦੇ ਨਹੀਂ, ਜੇ ਅਸੀਂ ਅੰਮ੍ਰਿਤ ਦੀ ਰਹਿਤ ਦੇ ਵਿੱਚ ਕੋਈ ਕੁਤਾਹੀ ਕਮਜ਼ੋਰੀ ਆ ਜਾਂਦੀ ਹੈ ਤਾਂ ਉਹ ਆਪਣੇ ਆਪ ਨੂੰ ਗਿਲਟੀ ਮਹਿਸੂਸ ਕਰਦਾ, ਉਹ ਆਪਣੇ ਆਪ ਦੇ ਬਰਖਲਾਫ ਇੱਕ ਕ੍ਰਾਈਮ ਕਰ ਚੁੱਕਿਆ। ਉਹ ਫਿਰ ਹਾਜ਼ਰ ਹੁੰਦਾ ਸੰਗਤ ਦੇ ਵਿੱਚ ਔਰ ਅਰਜ਼ ਕਰਦਾ ਹੈ ਕਿ ਜੀ ਮੈਨੂੰ ਤਨਖਾਹ ਲਾ ਕੇ ਪੰਥ ਦੇ ਵਿੱਚ ਦੁਬਾਰੇ ਮੇਰਾ ਮੇਲ ਕੀਤਾ ਜਾਵੇ। ਉਸ ਵੇਲੇ 5 ਪਿਆਰੇ ਬਣਦੇ ਨੇ ਔਰ ਬੜੇ ਪਿਆਰ ਦੇ ਨਾਲ, ਉਸ ਦੀ ਸਹਿਮਤੀ ਦੇ ਨਾਲ ਉਸ ਨੂੰ ਆ ਜਿਹੜੇ ਹੁਣ ਹੁਕਮਨਾਮੇ ਕਰ ਰਹੇ ਆ, ਮੇਰਾ ਹੁਕਮਨਾਮਾ ਆ ਰਿਹਾ ਤੁਸੀਂ ਲੰਗਰ ਇਸ ਤਰ੍ਹਾਂ ਛਕਣਾ, ਇਹ ਸੰਗਤ ਦੇ ਉੱਤੇ ਕੋਈ ਇਸ ਚੀਜ਼ ਦਾ ਪ੍ਰਭਾਵ ਨਹੀਂ ਹੋਣਾ ਚਾਹੀਦਾ, ਕੋਈ ਦਬਾਅ ਨਹੀਂ ਹੋਣਾ ਚਾਹੀਦਾ ਕਿ ਇਹਨਾਂ ਦੀ ਗੱਲ ਮੰਨਣੀ ਜ਼ਰੂਰੀ ਹੈ। ਚਾਹੇ ਕੁਛ ਕਹੀ ਜਾਣ ਆਪਣੇ ਆਪ ਨੂੰ ਜਿਸ ਤਰ੍ਹਾਂ ਮਰਜ਼ੀ ਆਪਣੇ ਆਪ ਨੂੰ ਇਹ ਸੋਵਰਨ ਤੇ ਅਕਾਲ ਤਖਤ ਦੇ ਉੱਤੇ, ਅਕਾਲ ਤਖਤ ਦੇ ਉੱਤੇ ਤਾਂ ਗੁਰੂ ਗ੍ਰੰਥ ਬੈਠਾ ਹੈ, ਗੁਰੂ ਗ੍ਰੰਥ ਹੀ ਅਕਾਲ ਤਖਤ ਹੈ ਔਰ ਇਸ ਤੋਂ ਇਲਾਵਾ ਕੋਈ ਹੋਰ ਅਕਾਲ ਤਖਤ ਨਹੀਂ। ਅਸੀਂ ਸਾਰੇ ਖਾਲਸਾ ਪੰਥ, ਗੁਰੂ ਖਾਲਸਾ ਪੰਥ ਕਿਸੇ ਨੂੰ ਅਧਿਕਾਰ ਦੇ ਸਕਦਾ ਹੈ ਕੁਛ ਸਪੈਸੀਫਿਕ ਫੰਕਸ਼ਨ ਕਰਨ ਦਾ, ਉਹ ਇਹ ਕਰਨ ਦੇ ਅਧਿਕਾਰੀ ਹਨ। ਇਹਨਾਂ ਦੀਆਂ ਟਰਮਸ, ਕੰਡੀਸ਼ਨਸ ਵਗੈਰਾ ਇਹ ਬਹੁਤੀਆਂ ਰੈਲੇਵੈਂਟ ਮੈਨੂੰ ਜਾਪਦੀਆਂ ਨਹੀਂ। ਬਾਕੀ ਸਾਰੀ ਸੰਗਤ ਦਾ ਜੋ ਮਰਜ਼ੀ ਹੋਵੇ ਉਹ ਕੀਤਾ ਜਾ ਸਕਦਾ ਹੈ। ਪਿਛਲੇ ਸਮਿਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਮਾਸਟਰ ਤਾਰਾ ਸਿੰਘ ਦੇ ਵਰਤ ਤੋਂ ਬਾਅਦ ਇਹ ਇੱਕ ਸਪੇਸ ਬਣੀ ਹੈ ਜਿਸ ਦੇ ਵਿੱਚ ਇਹ ਲੋਕ 5 ਪਿਆਰੇ ਆ ਕੇ ਤੇ ਆਪਣਾ ਅਧਿਕਾਰ ਬਣਾਉਣ ਲੱਗੇ ਨੇ। ਗਿਆਨੀ ਚੇਤ ਸਿੰਘ ਨੂੰ ਜਿਸ ਵੇਲੇ ਜਥੇਦਾਰ ਥਾਪਿਆ ਗਿਆ ਤੇ ਜਿਸ ਵੇਲੇ ਉਹ ਮਾਸਟਰ ਤਾਰਾ ਸਿੰਘ ਦੇ ਵਰਤ ਦੇ ਬਾਰੇ ਚੱਲ ਰਿਹਾ ਸੀ ਤੇ ਗਿਆਨੀ ਜੀ ਜਿਸ ਵੇਲੇ ਦਰਬਾਰ ਸਾਹਿਬ ਨੂੰ ਆਉਂਦੇ ਸੀ ਸਾਰੀ ਸੰਗਤ ਦੋਨਾਂ ਸਾਈਡ ਦੇ ਉੱਤੇ ਹੱਥ ਖੜੇ ਕਰਕੇ, ਹੱਥ ਜੋੜ ਕੇ ਖੜੀ ਹੋ ਜਾਂਦੀ ਸੀ। ਇਸ ਕਿਸਮ ਦਾ ਉਹਨਾਂ ਨੂੰ ਉਸ ਵੇਲੇ ਰੋਕਣਾ ਚਾਹੀਦਾ ਸੀ ਕਿ ਇਹ ਸਤਿਕਾਰ ਸਾਡਾ ਨਹੀਂ ਬਣਦਾ, ਇਹ ਸਿਰਫ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੈ। ਲੇਕਿਨ ਉਸ ਤੋਂ ਫਿਰ ਇੱਕ ਗੱਲ ਅਗਾਂਹ ਹੁੰਦੀ ਅਸੀਂ ਇਸ ਸਿਚੁਏਸ਼ਨ ਦੇ ਵਿੱਚ ਆ ਗਏ ਹਾਂ। ਜੇ ਨਵੀਆਂ ਲੀਹਾਂ ਪਾਉਣੀਆਂ ਨੇ ਤਾਂ ਉਹ ਜੋ ਗੁਰੂ ਦਾ ਉਪਦੇਸ਼ ਆ ਉਸ ਦੇ ਅਨੁਸਾਰ ਉਹੀ ਕੁਛ ਕਰਨਾ ਪਏਗਾ ਜੋ ਗੁਰੂ ਸਾਹਿਬ ਦੇ ਸਮੇਂ ਤੋਂ ਬਾਅਦ ਸਾਰੇ ਸਿੰਘ ਕਰਦੇ ਆਏ ਨੇ। ਮਿਸਲਾਂ ਦੇ ਤੱਕ, ਬੰਦਾ ਬਹਾਦਰ ਤੱਕ, ਰਣਜੀਤ ਸਿੰਘ ਤੱਕ ਇਹ ਰਵਾਇਤ ਕਾਇਮ ਰਹੀ ਹੈ। ਮੇਰੀਆਂ ਤਾਂ ਇੰਨੀਆਂ ਕੁ ਮੁੱਢਲੀਆਂ ਜੀਆਂ ਬੇਨਤੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਸੋ ਵਾਟ ਵੀ ਗੋਇੰ ਟੂ ਡੂ ਨਾਓ ਇਜ਼ ਤੁਹਾਨੂੰ ਜਿਹੜੀ ਥੋੜੀ ਡਾਕਟਰਿਨ ਦੇ ਲੈਵਲ ਤੇ, ਹਿਸਟੋਰੀਕਲ ਲੈਵਲ ਤੇ ਥੋੜੀ ਜਿਹੀ ਰੀਕੈਪ ਕੀਤੀ ਸੀਗੀ। ਓਬਵੀਅਸਲੀ ਵੀ ਨੋ ਕਿ ਇਹਦਾ ਇਸ਼ੂ ਤੇ ਆਪਣੀ ਕੱਲ੍ਹ ਵੀ ਡਿਸਕਸ਼ਨ ਹੋਈ ਹੈ, ਪਰਸੋਂ ਵੀ, ਕਿ ਬੜੀਆਂ ਰਾਵਾਂ ਵੀ ਨੇ। ਦ ਸਿਚੁਏਸ਼ਨ ਇਜ਼ ਦੈਟ ਐਵਰੀਵਨ ਅਗਰੀਜ਼ ਕਿ ਡਾਕਟਰਨਲੀ ਤੇ ਹਿਸਟੋਰੀਕਲੀ ਸਾਨੂੰ ਚੀਜ਼ਾਂ ਨੂੰ ਬਹੁਤ ਧਿਆਨ ਨਾਲ ਦੇਖਣ ਦੀ ਲੋੜ ਆ, ਬਟ ਵੀ ਆਲਸੋ ਆਰ ਅਵੇਅਰ ਕਿ ਇੱਕ ਕ੍ਰਾਈਸਿਸ ਤੇ ਕੇਓਸ ਸਿਚੁਏਸ਼ਨ ਸਿੱਖਾਂ ਦੀ ਚੱਲ ਰਹੀ ਆ। ਐਂਡ ਦੋਜ਼ ਵਰ ਅ ਡਿਸਕਸ਼ਨ ਯੈਸਟਰਡੇ ਕਿ ਵੇਰੀਅਸ ਆਈਡੀਆਜ਼ ਨੂੰ ਇਵੋਲਵ ਕਰਨਾ ਇਨ ਲਾਈਟ ਆਫ ਗੁਰਮਤਿ, ਗੁਰੂ ਗ੍ਰੰਥ ਸਾਹਿਬ ਪ੍ਰਾਇਮਰੀਲੀ। ਹੁਣ ਆਪਾਂ ਕੀ ਕਰਾਂਗੇ ਕਿ ਟੁਡੇ ਬਿਫੋਰ ਵੀ ਹੈਵ ਅ ਲਾਰਜਰ ਡਿਸਕਸ਼ਨ, ਅੱਜ ਦੇ ਏਜੰਡੇ ਵਿੱਚ ਲਾਰਜਰ ਡਿਸਕਸ਼ਨ ਕਾਫੀ ਹੈਗਾ, ਬਟ 1 ਘੰਟੇ ਲਈ ਆਪਾਂ 2 ਗਰੁੱਪਸ ਦੇ ਵਿੱਚ ਜਿੱਥੇ ਤੁਹਾਡਾ ਜੀ ਕਰਦਾ ਉੱਥੇ ਜਾਓਗੇ ਤੇ ਜਿਹੜੇ
ਕੱਲ ਕੁਝ ਡਿਸਕਸ਼ਨ ਹੋਈ ਸੀ, ਉਹਨੂੰ ਹੋਰ ਕਿਸੇ ਹੋਰ ਮੁਕਾਮ ਤੇ ਲਿਜਾਣ ਦੀ ਕੋਸ਼ਿਸ਼ ਕਰਾਂਗੇ। ਉਹ ਕ੍ਰਾਈਟੀਰੀਆਜ਼ ਨੂੰ 2 ਗਰੁੱਪਸ ਵਿੱਚ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਇੱਕ ਸਬ ਗਰੁੱਪ ਹੈਗਾ ਸਰਬੱਤ ਖਾਲਸੇ ਦੇ ਬਾਰੇ, ਤੇ ਇੱਕ ਸਬ ਗਰੁੱਪ ਹੈਗਾ ਵਰਕਿੰਗ ਗਰੁੱਪ ਹੈਗਾ ਜਥੇਦਾਰਾਂ ਦੇ ਬਾਰੇ। ਸੋ ਫॉर 1 ਆਵਰ ਤੁਸੀਂ ਉਸ ਗਰੁੱਪ ਵਿੱਚ ਤੁਸੀਂ ਇੱਕ ਗਰੁੱਪ ਪਿਕ ਕਰ ਲਓ। ਲਵਨੀਤ ਕੌਰ, ਇਫ ਯੂ ਕੈਨ ਸਟੈਂਡ ਅਪ। 1 ਘੰਟੇ ਲਈ ਤੁਸੀਂ ਉਸ ਗਰੁੱਪ ਵਿੱਚ ਜਾਓਗੇ। ਉੱਥੇ ਉਹਨਾਂ ਦੇ ਕੁਝ ਸੈਟ ਆਫ ਕੁਐਸਚਨਸ ਹੈਗੇ ਨੇ ਮਿਨੀਮਲ, ਕਿ ਜੇ ਕੁਝ ਇਮੀਡੀਏਟ ਕਰਨਾ, ਅੱਜ ਆਪਾਂ ਰੱਖਿਆ ਸੀ ਇਮੀਡੀਏਟਲੀ ਜੇ ਕੁਝ ਕਰਨਾ ਹੋਵੇ ਤਾਂ ਕਿਵੇਂ ਕਰੀਏ, ਕਿਉਂਕਿ ਇਹ ਚਰਚਾ ਚੱਲ ਰਹੀ ਹੈ, ਰੋਜ਼ ਬਿਆਨ ਲੱਗਦੇ ਨੇ, ਤੁਹਾਡੇ ਵੀ ਵਿਚਾਰ ਨੇ, ਸਾਰਿਆਂ ਦੇ ਵਿਚਾਰ ਨੇ, ਐਕਸਪਰਟਸ ਦੇ ਵੀ ਵਿਚਾਰ ਨੇ, ਸੰਗਤਾਂ ਦੇ ਆਪਣੇ ਆਪਣੇ ਵਿਚਾਰ ਨੇ। what should we do, because something has to be done, otherwise we keep saying ਕਿ ਇਹ ਕਰੋ ਤੇ ਉੱਥੇ ਕਈ ਰਾਵਾਂ ਚੱਲ ਰਹੀਆਂ ਨੇ। ਸੋ ਜਿਹੜੇ ਇੱਥੇ ਇਕੱਠੇ ਹੋਏ ਨੇ ਉਹ ਕੀ ਸੋਚਦੇ ਨੇ ਕਿ ਸਾਨੂੰ ਜਿਹੜੇ ਇਮੀਡੀਏਟ ਸੋਲੂਸ਼ਨਸ ਦੇ ਲਈ what should we do। ਸੋ ਜਿਹੜੇ ਸਰਬੱਤ ਖਾਲਸੇ ਦੇ ਪ੍ਰੋਸੈਸ ਦੇ ਉੱਤੇ ਡਿਸਕਸ਼ਨ ਕਰਨਾ ਚਾਹੁੰਦੇ ਨੇ, ਆਈ ਐਮ ਆਸਕਿੰਗ ਕਿ ਤਕਰੀਬਨ ਅੱਧੇ ਰਫਲੀ ਲਵਨੀਤ ਕੌਰ ਦੇ ਨਾਲ ਇੱਕ ਗਰੁੱਪ ਵਿੱਚ ਜਿਹੜੇ ਜਾਣਾ ਚਾਹੁੰਦੇ ਨੇ ਸਰਬੱਤ ਖਾਲਸੇ ਲਈ, ਉਹਨਾਂ ਨਾਲ ਜਾਣਗੇ, ਤੇ ਸਤਨਾਮ ਸਿੰਘ ਜਿਹੜੇ ਜਥੇਦਾਰਾਂ ਦੇ ਉੱਤੇ ਡਿਸਕਸ਼ਨ ਕਰਨਾ ਚਾਹੁੰਦੇ ਨੇ ਇਹ ਉਹਨਾਂ ਨਾਲ ਜਾਣਗੇ। ਸੋ ਪਹਿਲਾਂ ਮੈਂ ਕਹਾਂਗਾ ਜਿਨ੍ਹਾਂ ਨੇ ਸਰਬੱਤ ਖਾਲਸੇ ਡਿਸਕਸ਼ਨ ਕਰਨੀ ਚਾਹੁੰਦੇ ਨੇ ਉਹ ਪਲੀਜ਼ ਲਵਨੀਤ ਕੌਰ ਨਾਲ ਉੱਠ ਕੇ ਚਲੇ ਜਾਣ। 1 ਘੰਟੇ ਲਈ ਉਹ ਡਿਸਕਸ਼ਨ ਹੋਊਗੀ 11 ਵਜੇ ਤੱਕ। ਸੋ ਜਿਹੜੇ ਸਰਬੱਤ ਖਾਲਸੇ ਤੇ ਚਾਹੁੰਦੇ ਨੇ ਉਹ ਚਲੇ ਜਾਣ, ਤੇ ਜਿਨ੍ਹਾਂ ਨੇ ਜਥੇਦਾਰਾਂ ਤੇ ਕਰਨੀ ਉਹ ਇੱਥੇ ਹੀ ਬੈਠੇ ਰਹਿਣ ਅਜੇ। No, don't, ਇਹ ਨਹੀਂ ਕਰ ਸਕਦੇ ਜਿਹੜਾ ਇੰਟਰਫੇਅਰ ਨਹੀਂ ਵਿਲ ਟਾਕ, ਇਟਸ ਓਕੇ ਜੀ। ਜਿਹੜੇ ਸਰਬੱਤ ਖਾਲਸੇ ਦੇ ਉੱਤੇ ਸਾਰੇ ਜਾ ਚੁੱਕੇ ਹੋ ਜੀ, ਪਲੀਜ਼ ਆਪਾਂ ਸਮੇਂ ਨੂੰ ਮੁੱਖ ਰੱਖਦੇ ਹੋਏ ਆਪਾਂ ਕੰਟੀਨਿਊ ਕਰੀਏ, ਠੀਕ ਹੈ ਜੀ। ਸੋ ਤੁਸੀਂ ਪਲੀਜ਼ ਲਵਨੀਤ ਕੌਰ ਨੂੰ ਫੋਲੋ ਕਰ ਲਓ ਕਿਉਂਕਿ ਉਹ ਇੱਕ ਰੂਮ 'ਚ ਜਾਣਾ ਸੀ। ਓਕੇ, ਜਿਹੜੇ ਹੁਣ ਇੱਥੇ ਬਾਕੀ ਬੱਚੇ ਨੇ ਆਈ ਅਸੂਮ ਕਿ ਜਥੇਦਾਰਾਂ ਦੇ ਉੱਤੇ ਡਿਸਕਸ਼ਨ ਕਰਨਾ ਚਾਹੁੰਦੇ ਨੇ ਉਹ ਸਤਨਾਮ ਸਿੰਘ ਦੇ ਨਾਲ ਇੱਕ ਡਿਫਰੈਂਟ ਰੂਮ ਵਿੱਚ ਚਲੇ ਜਾਣ। ਪਲੀਜ਼ ਇੱਥੋਂ ਖੜੇ ਹੋ ਜਾਓ ਤੇ ਸਤਨਾਮ ਸਿੰਘ ਨੂੰ ਫੋਲੋ ਕਰ ਲਓ। ਸਤਨਾਮ ਸਿੰਘ ਦੇ ਨਾਲ ਜਿਹੜੇ ਜਥੇਦਾਰਾਂ ਦੇ ਉੱਤੇ ਡਿਸਕਸ਼ਨ ਕਰਨਾ ਚਾਹੁੰਦੇ ਨੇ। ਗੋ ਹੈਡ ਗਾਇਜ਼, ਸਾਰੇ ਜਣੇ। ਤੇ ਜਿਹੜੇ ਇੱਥੇ ਬੈਠੇ ਨੇ ਵੀਲ ਅਸੂਮ ਦੇ ਡੋਨਟ ਨੋ ਵਾਟ ਦੇ ਵਾਂਟ, ਤੁਸੀਂ ਪਿੱਛੇ ਚਾਹ ਪਾਣੀ ਛਕ ਸਕਦੇ ਹੋ। ਪਲੀਜ਼ ਕੰਟੀਨਿਊ ਜੀ, ਕਿਉਂਕਿ ਟਾਈਮ ਫਿਰ ਤੁਸੀਂ ਕਹੋਗੇ ਘੱਟ ਹੈਗਾ, ਇਸ ਕਰਕੇ ਹੁਣ 55 ਮਿੰਟਸ ਰਹਿ ਗਏ ਨੇ ਤੁਹਾਡੇ ਡਿਸਕਸ਼ਨ ਦੇ ਲਈ, ਤੇ ਬ੍ਰੇਕ ਆਊਗੀ 11 ਵਜੇ, ਉਸ ਵੇਲੇ ਚਾਹ ਪਾਣੀ ਲੈ ਲਿਓ। ਹੁਣ ਰਾਈਟ ਨਾਓ ਪਲੀਜ਼ ਕੰਟੀਨਿਊ। ਤੇ ਜਿਹੜੀ ਲਾਈਵ ਸਟਰੀਮ ਕਵਰੇਜ ਹੈ ਇਹ 11:30 ਵਜੇ ਦੁਬਾਰਾ ਸ਼ੁਰੂ ਕਰਾਂਗੇ ਜਦ ਲਾਰਜਰ ਡਿਸਕਸ਼ਨ ਇਹਨਾਂ 2 ਟੌਪਿਕਸ ਤੇ ਹੋਊਗਾ। ਸੋ ਜਿਹੜੇ ਦੇਖ ਰਹੇ ਸੀਗੇ 11:30 ਵਜੇ ਆਸਟ੍ਰੇਲੀਆ ਦਾ ਮੈਲਬਰਨ ਟਾਈਮ ਤੇ ਦੁਬਾਰਾ ਲਾਈਵ ਸਟਰੀਮ ਸ਼ੁਰੂ ਕਰ ਸਕਦੇ ਹਾਂ। ਬਾਕੀ ਜਣਿਆਂ ਨੂੰ ਜੀ ਸਟਿਲ ਬੇਨਤੀ ਹੈ ਪਲੀਜ਼ ਕੰਟੀਨਿਊ। ਇਸ ਰੂਮ 'ਚੋਂ ਤੁਸੀਂ ਉਹ 2 ਰੂਮਾਂ ਵਿੱਚ ਜਾ ਸਕਦੇ ਹੋ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।